हाँ जी प्यारे बच्चों नमस्कार। अज असी तुहाडे लई 10वीं क्लास इंग्लिश मेन कोर्स बुक दे क्वेश्चन आंसर जो टैसट दे विच आउणे ने लैके हाज़र हाँ। पाठ नंबर 1 है हैप्पी प्रिंस। क्वेश्चन नंबर 1, द हैप्पी प्रिंस टोल्ड द swallow बट दैट while he was alive। हैप्पी प्रिंस ने सवालों ਨੂੰ ਕੀ ਕਿਹਾ ਕਿ ਉਹ ਜਿੰਦਾ ਹੈ। ਸਾਡੇ ਕੋਲ 4 ਆਪਸ਼ਨਾਂ ਨੇ, ਇਹਨਾਂ ਦੇ ਵਿੱਚੋਂ ਅਸੀਂ ਇੱਕ ਦਾ ਆਨਸਰ ਲਗਾਉਣਾ ਹੈ। ਨੰਬਰ 1 ਹੈਗਾ ਹੀ ਹੈਡ ਏ ਹਿਊਮਨ ਹਾਰਟ। ਸੈਕੰਡ ਹੀ ਡਿਡ ਨਾਟ ਨੋ ਬਟ ਟੀਅਰਸ ਵਰ। ਨੰਬਰ 3 ਹੀ ਲਿਵਡ ਇਨ ਏ ਪਲੇਸ ਵੇਅਰ ਸੋਰੋਜ਼ ਵਰ ਨਾਟ ਵਾਜ਼ ਨਾਟ ਅਲਾਉਡ ਟੂ ਐਂਟਰ। ਆਪਸ਼ਨ ਨੰਬਰ 4 ਆਲ ਆਫ ਅਬਵ। ਜਿਹੜੀ ਆਪਸ਼ਨ ਨੰਬਰ 1 ਹੈਗੀ ਹੈ ਕਿਉਂਕਿ ਉਸਦੇ ਕੋਲ ਇੱਕ ਇਨਸਾਨੀ ਦਿਲ ਹੈ। ਆਪਸ਼ਨ ਨੰਬਰ 2 ਉਹ ਨਹੀਂ ਜਾਣਦਾ ਕਿ ਹੰਝੂ ਕੀ ਹੁੰਦੇ ਹਨ। ਨੰਬਰ 3 ਕਿਉਂਕਿ ਉਹ ਅਜਿਹੀ ਜਗ੍ਹਾ ਵਿੱਚ ਰਹਿੰਦਾ ਸੀ ਜਿੱਥੇ ਦੁੱਖਾਂ ਦਾ ਆਉਣਾ ਮਨ੍ਹਾ ਸੀ। ਨੰਬਰ 4 ਇਹ ਸਾਰੀਆਂ ਆਪਸ਼ਨਾਂ ਸਹੀ ਹਨ। ਤੁਸੀਂ ਇਹਨਾਂ ਦੇ ਵਿੱਚੋਂ ਇੱਕ ਚੁਣ ਕੇ ਸਹੀ ਲਗਾ ਦੇਣਾ ਹੈ। ਕੁਐਸਚਨ ਨੰਬਰ 2 ਦ ਸਵਾਲੋ ਵਾਜ਼ ਗੋਇੰਗ ਟੂ ਇਜਿਪਟ। ਜਿਹੜਾ ਸਵਾਲੋ ਪੰਛੀ ਸੀ ਉਹ ਇਜਿਪਟ ਜਾ ਰਿਹਾ ਸੀ। ਅਤੇ ਇਹਦੇ ਵਿੱਚ ਆਪਸ਼ਨ ਨੰਬਰ 1 ਹੈਗੀ ਹੈ ਪਾਸਟ ਇੰਡੈਫੀਨਿਟ। ਆਪਸ਼ਨ ਨੰਬਰ ਬੀ ਹੈਗੀ ਹੈ ਪਾਸਟ ਕੰਟੀਨਿਊਸ। ਆਪਸ਼ਨ ਨੰਬਰ 3 ਹੈਗੇ ਪਾਸਟ ਪਰਫੈਕਟ। ਨੰਬਰ 4 ਹੈਗੇ ਪ੍ਰੈਜੈਂਟ ਕੰਟੀਨਿਊਸ। ਇਹ ਤੁਸੀਂ ਟੈਂਸ ਦੀ ਕਿਸਮ ਦੇਖਣੀ ਹੈ ਵੀ ਕਿਹੜਾ ਟੈਂਸ ਹੈ। ਤੁਸੀਂ ਟੈਂਸ ਪੜ੍ਹੇ ਹੋਣੇ 6ਵੀਂ 7ਵੀਂ ਜਮਾਤ ਤੋਂ ਸ਼ੁਰੂ ਕਰ ਦਿੰਦੇ ਹੋ, ਤੁਸੀਂ ਟੈਂਸ ਚੁਣ ਕੇ ਲਾਉਣਾ ਹੈ। ਕੁਐਸਚਨ ਨੰਬਰ 3 ਹੈਗੇ ਦ ਸਵਾਲੋ ਆਸਕਡ ਦਾ ਹੈਪੀ ਪ੍ਰਿੰਸ। ਦ ਸਵਾਲੋ ਆਸਕਡ ਦਾ ਹੈਪੀ ਪ੍ਰਿੰਸ। ਸਵਾਲੋ ਨੇ ਹੈਪੀ ਪ੍ਰਿੰਸ ਨੂੰ ਕੀ ਪੁੱਛਿਆ। ਸਾਡੇ ਕੋਲ 4 ਆਪਸ਼ਨਾਂ ਨੇ, ਅਸੀਂ ਇਕੱਲੀ ਇਕੱਲੀ ਪੜ੍ਹਦੇ ਹਾਂ। ਵਾਈ ਹੀ ਵਾਜ਼ ਵੀਪਿੰਗ। ਉਹ ਕਿਉਂ ਰੋ ਰਿਹਾ ਹੈ। ਉਹ ਕਿਉਂ ਰੋ ਰਿਹਾ ਸੀ। ਨੰਬਰ 2 ਹੈਗਾ ਵਾਈ ਹੀ ਇਜ਼ ਵੀਪਿੰਗ। ਉਹ ਕਿਉਂ ਰੋ ਰਿਹਾ ਹੈ। ਵਾਈ ਹੀ ਵਿਲ ਬੀ ਵੀਪਿੰਗ। ਉਹ ਕਿਉਂ ਰੋ ਰਿਹਾ ਹੋਵੇਗਾ। ਵਾਈ ਹੀ ਡਿਡ ਨਾਟ ਵੀਪ। ਉਹ ਕਿਉਂ ਨਹੀਂ ਰੋਇਆ। ਅਤੇ ਇਹਨਾਂ 4 ਦੇ ਵਿੱਚੋਂ ਜਿਹੜੀ ਤੁਹਾਨੂੰ ਸਹੀ ਲੱਗਦੀ ਹੈ, ਕਿਉਂਕਿ ਇਸ ਟੈਂਸ ਦੇ ਹਿਸਾਬ ਨਾਲ ਤੁਸੀਂ ਇਸ ਦਾ ਉੱਤਰ ਦੇਣਾ ਹੈ ਅਤੇ ਇਹਨਾਂ 4 ਦੇ ਵਿੱਚੋਂ ਸਹੀ ਉੱਤਰ ਲਗਾ ਦੇਣਾ। ਕੁਐਸਚਨ ਨੰਬਰ 4 ਹੈਗਾ ਬਟ ਡਿਡ ਦਾ ਹੈਪੀ ਪ੍ਰਿੰਸ ਥਿੰਕ ਵਾਜ਼ ਦਾ ਗ੍ਰੇਟੈਸਟ ਮਾਈਜ਼ਰੀ। ਜਿਹੜਾ ਹੈਪੀ ਪ੍ਰਿੰਸ ਸੀ ਉਹ ਕੀ ਸੋਚਦਾ ਸੀ ਕਿ ਸਭ ਤੋਂ ਵੱਡੀ ਗ੍ਰੇਟੈਸਟ ਮਾਈਜ਼ਰੀ ਹੁੰਦਾ ਦੁੱਖ, ਕਿਹੜੀ ਦੁੱਖ ਦੀ ਘਟਨਾ ਹੈ। ਆਪਸ਼ਨ ਨੰਬਰ 1 ਹੈਗਾ ਡੈਥ। ਆਪਸ਼ਨ ਨੰਬਰ ਬੀ ਹੈਗੀ ਹੈ ਮਾਈਜ਼ਰੀ। ਆਪਸ਼ਨ ਨੰਬਰ ਸੀ ਹੈਗੀ ਹੈ ਲਾਈਫ। ਆਪਸ਼ਨ ਨੰਬਰ ਡੀ ਹੈਗੀ ਹੈ ਗੋਡ। ਮੌਤ, ਜ਼ਿੰਦਗੀ, ਦੁੱਖ, ਭਗਵਾਨ। ਇਹਨਾਂ ਵਿੱਚੋਂ ਸਭ ਤੋਂ ਵੱਡੀ ਜਿਹੜੀ ਮਾਈਜ਼ਰੀ ਕੀ ਹੈ। ਮਾਈਜ਼ਰੀ ਮਤਲਬ ਦੁੱਖ ਤਕਲੀਫ। ਅਤੇ ਸਾਡੇ ਕੋਲ ਨੈਕਸਟ ਲੈਸਨ ਦਾ ਕੁਐਸਚਨ ਹੈਗਾ ਵੇਅਰ ਇਜ਼ ਸਾਇੰਸ ਟੇਕਿੰਗ ਅਸ। ਸਾਇੰਸ ਸਾਨੂੰ ਕਿੱਥੇ ਲੈ ਕੇ ਜਾ ਰਹੀ ਹੈ। ਕੁਐਸਚਨ ਨੰਬਰ 5 ਵਟ ਇਜ਼ ਦਾ ਕੰਟਰੀਬਿਊਸ਼ਨ ਆਫ ਮਸ਼ੀਨਜ਼ ਇਨ ਆਵਰ ਡੇਲੀ ਲਾਈਫ। ਜਿਹੜੀਆਂ ਮਸ਼ੀਨਾਂ ਨੇ ਉਹਨਾਂ ਦੀ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਕੀ ਯੋਗਦਾਨ ਹੈ। ਆਪਸ਼ਨ ਨੰਬਰ 1 ਹੈਗਾ ਮਸ਼ੀਨਜ਼ ਮੇਡ ਲਾਈਫ ਈਜ਼ੀ। ਮਸ਼ੀਨਾਂ ਨੇ ਸਾਡੀ ਜ਼ਿੰਦਗੀ ਆਸਾਨ ਬਣਾ ਦਿੱਤੀ। ਸੈਕਿੰਡ ਆਪਸ਼ਨਜ਼ ਮਸ਼ੀਨਜ਼ ਆਰ ਬਰਡਨ। ਮਸ਼ੀਨਾਂ ਸਾਡੇ ਉੱਤੇ ਭਾਰ ਹਨ। ਨੰਬਰ ਸੀ ਆਪਸ਼ਨ ਮਸ਼ੀਨਜ਼ ਆਰ ਡੇਂਜਰਸ। ਮਸ਼ੀਨਾਂ ਸਾਡੇ ਲਈ ਖਤਰਨਾਕ ਹਨ। ਆਪਸ਼ਨ ਨੰਬਰ ਡੀ ਮਸ਼ੀਨਾਂ ਡੂ ਨਾਟ ਹੈਲਪ ਅਸ। ਮਸ਼ੀਨਾਂ ਸਾਡੀ ਹੈਲਪ ਨਹੀਂ ਕਰਦੀਆਂ। ਇਹਨਾਂ 4 ਦੇ ਵਿੱਚੋਂ ਜਿਹੜਾ ਤੁਹਾਨੂੰ ਸਹੀ ਲੱਗਦਾ ਉਸ ਦਾ ਉੱਤਰ ਦੇ ਦੇਣਾ ਹੈ। ਕੁਐਸਚਨ ਨੰਬਰ 6 ਵਟ ਵਿਊ ਦਾ ਰਾਈਟਰ ਗਿਵਜ਼ ਅਬਾਊਟ ਵਾਰ। ਜਿਹੜਾ ਲੇਖਕ ਹੈ ਉਹ ਵਾਰ ਹੁੰਦੀ ਹੈ ਜੰਗ ਦੇ ਬਾਰੇ ਆਪਣੇ ਕੀ ਵਿਚਾਰ ਪੇਸ਼ ਕਰਦਾ ਹੈ। ਆਪਸ਼ਨ ਨੰਬਰ 1 ਵਾਰ ਇਜ਼ ਗੁੱਡ। ਲੜਨਾ ਜੰਗ ਕਰਨੀ ਇੱਕ ਚੰਗੀ ਚੀਜ਼ ਹੈ। ਵਾਰ ਇਜ਼ ਵਰਸਟ। ਜੰਗ ਇੱਕ ਬੁਰੀ ਚੀਜ਼ ਹੈ। ਵਾਰ ਇਜ਼ ਏ ਪਾਵਰ। ਜਿਹੜੀ ਜੰਗ ਹੈ ਉਹ ਇੱਕ ਤਾਕਤ ਹੈ। ਵਾਰ ਇਜ਼ ਨੈਸੈਸਰੀ। ਲੜਨਾ ਇੱਕ ਜ਼ਰੂਰੀ ਹੈ। ਤੁਸੀਂ ਇਹਨਾਂ ਦੇ ਵਿੱਚੋਂ ਸਹੀ ਆਪਸ਼ਨ ਲਗਾ ਦੇਣੀ ਹੈ। ਕੁਐਸਚਨ ਨੰਬਰ 7 ਸਾਇੰਸ ਡੀਲਜ਼ ਵਿਦ ਮਟੀਰੀਅਲ ਥਿੰਗਸ ਦਾ ਵਰਡ ਮਟੀਰੀਅਲ ਇਨ ਦਾ ਸੈਂਟੈਂਸ ਇਜ਼ ਏ ਐਨ। ਇਹਨਾਂ ਦੇ ਵਿੱਚੋਂ ਏ ਅਤੇ ਐਨ ਚੁਣਨਾ ਸੀ। ਠੀਕ ਹੈ, ਏ ਅਤੇ ਐਨ ਦੇ ਹਿਸਾਬ 'ਤੇ ਅਸੀਂ ਆਪਸ਼ਨ ਲਗਾਉਣੀ ਹੈ। ਕੀ ਹੈ ਇਹ ਜਿਹੜੀ ਸਾਇੰਸ ਹੈ ਉਹ ਮਟੀਰੀਅਲ ਥਿੰਗਸ ਦੇ ਨਾਲ ਡੀਲ ਕਰਦੀ ਹੈ ਅਤੇ ਇਹਨਾਂ ਦੇ ਵਿੱਚੋਂ ਅਸੀਂ ਇਹ ਦੱਸਣਾ ਹੈ ਕਿ ਜਿਹੜਾ ਮਟੀਰੀਅਲ ਸ਼ਬਦ ਹੈ ਇਸ ਸੈਂਟੈਂਸ ਦੇ ਵਿੱਚ ਉਹ ਕੀ ਹੈ। ਐਡਵਰਬ, ਨਾਉਨ, ਐਡਜੈਕਟਿਵ
ਜਾਂ ਪ੍ਰੈਪੋਜੀਸ਼ਨ। ਉਹ ਅਸੀਂ ਉਹਦੀ ਕਿਸਮ ਦੱਸਣੀ ਹੈ। ਇਹ ਨਾਂਵ ਹੈ, ਠੀਕ ਹੈ, ਵਿਸ਼ੇਸ਼ਣ ਹੈ ਅਤੇ ਕਿਰਿਆ ਵਿਸ਼ੇਸ਼ਣ ਹੈ ਜਾਂ ਪ੍ਰੈਪੋਜੀਸ਼ਨ ਹੈ। ਕੁਐਸਚਨ ਨੰਬਰ 8, ਦ ਗ੍ਰੇਟੈਸਟ ਟ੍ਰਿੰਪ ਆਫ ਸਾਇੰਸ ਇਜ਼ ਮਸ਼ੀਨਸ ਐਂਡ ਮੈਡੀਸਨਸ, ਫਾਈਂਡ ਏ ਵਰਡ ਸਿਮਿਲਰ ਟੂ ਟ੍ਰਾਇੰਫ। ਟ੍ਰਾਇੰਫ ਹੁੰਦੀ ਹੈ ਸਾਇੰਸ ਦੀ ਸਭ ਤੋਂ ਵੱਡੀ ਜਿੱਤ ਹੈ, ਜਿਹੜੀ ਉਹ ਹੈਗੀ ਹੈ ਮੈਡੀਸਨਸ, ਦਵਾਈਆਂ ਅਤੇ ਮਸ਼ੀਨਾਂ। ਸਾਇੰਸ ਨੇ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਦਿੱਤਾ ਹੈ, ਉਹ ਦੋ ਚੀਜ਼ਾਂ ਬਣਾਉਣ ਦਾ ਦਿੱਤਾ ਹੈ, ਇੱਕ ਮਸ਼ੀਨਾਂ ਬਣਾਉਣ ਦਾ, ਇੱਕ ਦਵਾਈਆਂ ਬਣਾਉਣ ਦਾ। ਤਾਂ ਜਿਹੜੀ ਜਿੱਤ ਦਾ ਇੱਕ ਹੋਰ ਇਹੋ ਜਿਹਾ ਸ਼ਬਦ ਲੱਭਣਾ ਜਿਹੜਾ ਜਿੱਤ ਦਾ ਅਰਥ ਪਲੇ ਕਰ ਸਕੇ। ਇੱਕ ਹੁੰਦਾ ਡਿਫੀਟ, ਰੇਸ, ਟਰੁੱਥ, ਵਿਕਟਰੀ। ਅਤੇ ਇਹਨਾਂ ਦੇ ਅਰਥ ਮੈਂ ਇਸ ਕਰਕੇ ਨਹੀਂ ਦੱਸ ਰਿਹਾ ਕਿਉਂਕਿ ਇਹਨਾਂ ਦੇ ਅਰਥ ਜੇ ਦੱਸ ਦਿੱਤੇ ਤਾਂ ਤੁਹਾਨੂੰ ਟ੍ਰਿੰਫ ਦਾ ਮਤਲਬ ਜਿੱਤ ਹੈ, ਤਾਂ ਤੁਹਾਨੂੰ ਇਹਨਾਂ ਦਾ ਅਰਥ ਪਤਾ ਲੱਗ ਜਾਵੇਗਾ। ਇਹ ਤੁਸੀਂ ਖੁਦ ਕਰਨਾ, ਇਹਨਾਂ ਦੇ ਅਰਥ ਪਤਾ ਕਰਨੇ ਨੇ। ਕੁਐਸਚਨ ਨੰਬਰ 9, ਗਿਫਟ ਫੋਰ ਕ੍ਰਿਸਮਸ। ਇਹ ਲੈਸਨ ਦੇ ਵਿੱਚੋਂ ਕਰਾਂਗੇ। ਕੁਐਸਚਨ ਨੰਬਰ 9, ਡੈਲਾ ਵਾਜ਼ ਅਨੇਬਲ ਟੂ ਬਾਏ ਏ ਗਿਫਟ ਫੋਰ ਜਿਮ ਬਿਕੋਜ਼ ਹੀ ਵਾਜ਼। ਜਿਹੜੀ ਡੈਲਾ ਸੀ ਉਹ ਜਿਮ ਦੇ ਲਈ ਗਿਫਟ ਨਹੀਂ ਖਰੀਦ ਸਕਦੀ ਸੀ ਕਿਉਂਕਿ ਉਹ ਸੀ। ਕੁਐਸਚਨ ਨੰਬਰ 1 ਹੈ ਪੂਅਰ, ਗਰੀਬ, ਬੀ ਰਿਚ, ਅਮੀਰ, ਅਰੋਗੈਂਟ ਹੁੰਦਾ ਮਤਲਬੀ ਜਾਂ ਗੁੱਸੇਖੋਰ, ਠੀਕ ਹੈ, ਅਤੇ ਸੈਲਫਿਸ਼ ਦਾ ਮਤਲਬ ਹੁੰਦਾ ਮਤਲਬੀ। ਇਹਨਾਂ ਚਾਰਾਂ ਦੇ ਵਿੱਚੋਂ ਤੁਸੀਂ ਸਹੀ ਆਨਸਰ ਦੇਣਾ ਹੈ ਕਿਉਂਕਿ ਡੈਲਾ ਸੀਡੀ ਜਿਮ ਦੇ ਲਈ ਕਿਉਂ ਨਹੀਂ ਖਰੀਦ ਸਕਦੀ ਸੀ ਗਿਫਟ। ਕੁਐਸਚਨ ਨੰਬਰ 10, ਡੈਲਾ ਇਜ਼ ਪ੍ਰਾਈਜ਼ਡ ਪੋਜੈਸ਼ਨ ਵਾਜ਼ ਡੈਸ਼। ਜਿਹੜੀ ਡੈਲਾ ਸੀ ਉਹਦਾ ਪ੍ਰਾਈਜ਼ਡ ਪੋਜੈਸ਼ਨ ਕੀ ਸੀ? ਇਹ ਕੌਂਬ, ਇਹ ਪਰਸ, ਇਹ ਲੌਂਗ ਹੇਅਰ, ਵਾਚ। ਲੰਬੇ ਵਾਲ, ਘੜੀ, ਪਰਸ ਅਤੇ ਕੌਂਬ ਹੁੰਦਾ ਕੰਘੀਆਂ ਦਾ ਜੋੜਾ। ਕੁਐਸਚਨ ਨੰਬਰ 9, ਚੂਜ਼ ਦਾ ਕਰੈਕਟ ਸੈਂਟੈਂਸ। ਇਹ ਹੈਗੀ ਹੈ ਸੋਲਡ ਡੈਲਾ ਹੇਅਰ ਹਰ ਡੈਲਾ ਸੋਲਡ ਹੇਅਰ, ਡੈਲਾ ਸੋਲਡ ਹਰ ਹੇਅਰ ਡੈਲਾ ਸੋਲਡ। ਇਹਨਾਂ ਵਿੱਚੋਂ ਜਿਹੜਾ ਤੁਹਾਨੂੰ ਸਹੀ ਲੱਗਦਾ ਵੀ ਜਿਹੜੇ ਆਪਸ਼ਨ ਨੇ ਪਹਿਲਾਂ ਡੈਲਾ ਸੋਲਡ ਆਊਗਾ, ਡੈਲਾ ਆਊਗਾ, ਹੇਅਰ ਆਊਗਾ ਕਿ ਹਰ ਆਊਗਾ, ਜਿਹੜੇ ਦੀ ਤਰਤੀਬ ਇਹਨਾਂ ਦੇ ਵਿੱਚੋਂ ਸਹੀ ਹੈ ਉਸ ਲੋਟਾ, ਠੀਕ ਹੈ, ਉਹਦੇ ਤੁਸੀਂ ਆਪਸ਼ਨ ਲਗਾ ਦੇਣੀ ਹੈ। ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਪਹਿਲਾਂ ਆਊਗਾ, ਕਿਹੜਾ ਬਾਅਦ 'ਚ ਆਊਗਾ, ਕਿਉਂਕਿ ਇੱਥੇ ਜੇ ਡੈਲਾ ਆਊਗਾ, ਠੀਕ ਹੈ, ਡੈਲਾ ਜਾਂ ਫਿਰ ਇੱਥੇ ਆਊਗਾ, ਇਹ ਤੁਸੀਂ ਉਹਦੀ ਤਰਤੀਬ ਦੇ ਹਿਸਾਬ 'ਤੇ ਆਨਸਰ ਦੇਣਾ ਹੈਗੇ। ਕੁਐਸਚਨ ਨੰਬਰ 12, ਸੋਲਵਡ ਦਾ ਜੰਬਲਡ ਵਰਡਸ ਸੋਲਵ ਕਰਨੇ ਨੇ। ਨੀਡਡ, ਓਵਰਕੋਟ, ਹੀ, ਨਿਊ, ਏ। ਇਹਨਾਂ ਦੇ ਵਿੱਚੋਂ ਅਸੀਂ ਐਂ ਦੇਖਣਾ ਵੀ ਪਹਿਲਾਂ ਕਿਹੜਾ ਸ਼ਬਦ ਆਊਗਾ, ਠੀਕ ਹੈ, ਉਸ ਤੋਂ ਬਾਅਦ ਕਿਹੜਾ ਆਊਗਾ, ਇਹਨਾਂ ਦੀ ਤਰਤੀਬ ਦੇ ਹਿਸਾਬ 'ਤੇ। ਜਿਵੇਂ ਓਵਰਕੋਟ, ਹੀ, ਨਿਊ, ਨੀਡਡ, ਇਹਦਾ ਕੋਈ ਮਤਲਬ ਨਹੀਂ ਬਣਿਆ, ਠੀਕ ਹੈ, ਤਾਂ ਅਸੀਂ ਇਹੋ ਜਿਹਾ ਵਾਕ 'ਤੇ ਆਨਸਰ ਲਾਉਣਾ ਜਿਹਦਾ ਕੋਈ ਮਤਲਬ ਬਣ ਸਕੇ। ਕੁਐਸਚਨ ਨੰਬਰ 13, ਵਿਚ ਫੈਸਟੀਵਲ ਇਜ਼ ਮੈਨਸ਼ਨਡ ਇਨ ਦਿਸ ਚੈਪਟਰ। ਜਿਹੜਾ ਇਹ ਅਸੀਂ ਪਾਠ ਕਰ ਰਹੇ ਹਾਂ ਉਹਦੇ ਵਿੱਚ ਸਾਨੂੰ ਕਿਹੜੇ ਤਿਉਹਾਰ ਬਾਰੇ ਦੱਸਿਆ ਗਿਆ ਹੈ? ਹੋਲੀ, ਕ੍ਰਿਸਮਸ, ਦੀਵਾਲੀ, ਈਸਟਰ। ਉਹ ਕਿਹੜਾ ਤਿਉਹਾਰ ਹੈ ਜਿਹੜੇ ਤੇ ਇੱਕ ਦੂਜੇ ਨੂੰ ਤੋਹਫੇ ਦੇ ਰਹੇ ਹਨ? ਕੁਐਸਚਨ ਨੰਬਰ 14, ਕ੍ਰਿਸਮਸ ਇਜ਼ ਸੈਲੀਬਰੇਟਡ ਇਨ ਦਾ ਮੰਥ ਆਫ ਡੈਸ਼। ਜਿਹੜੀ ਕ੍ਰਿਸਮਸ ਹੈ ਉਹ ਕਿਹੜੇ ਮਹੀਨੇ ਦੇ ਵਿੱਚ ਮਨਾਈ ਜਾਂਦੀ ਹੈ? ਮਈ ਦੇ ਵਿੱਚ, ਅਕਤੂਬਰ ਦੇ ਵਿੱਚ, ਦਸੰਬਰ ਦੇ ਵਿੱਚ, ਅਪ੍ਰੈਲ ਦੇ ਵਿੱਚ। ਤੁਹਾਨੂੰ ਬੱਚੋ ਪਤਾ ਹੋਣਾ ਤੁਹਾਨੂੰ ਇਸ ਦੀ ਛੁੱਟੀ ਵੀ ਆਉਂਦੀ ਹੈ। ਕੁਐਸਚਨ ਨੰਬਰ 15, ਸ਼ੀ ਕਰਾਈਡ ਫੋਰ ਏ ਲੌਂਗ ਟਾਈਮ। ਉਹ ਲੰਬੇ ਸਮੇਂ ਦੇ ਲਈ ਰੋਈ। ਦਾ ਅੰਡਰਸਟੈਂਡ ਵਰਡ ਇਜ਼ ਏ, ਦਾ ਅੰਡਰਲਾਈਨ ਵਰਡ ਇਜ਼ ਏ। ਜਿਹੜਾ ਵਾਕ ਦੇ ਵਿੱਚ ਲਾਈਨ ਖਿੱਚੀ ਗਈ ਹੈ ਇਸ ਵਾਕ ਦੇ ਵਿੱਚ ਉਹ ਕੀ ਹੈ? ਇੱਕ ਨਾਊਨ ਹੈ, ਵਰਬ ਹੈ, ਪ੍ਰਨਾਊਨ ਹੈ ਜਾਂ ਪ੍ਰੈਪੋਜੀਸ਼ਨ ਹੈ। ਅਸੀਂ ਉਸ ਵਾਕ ਦੀ ਕਿਸਮ ਦੱਸਣੀ ਹੈ। ਤੁਹਾਨੂੰ ਜੇਕਰ ਪਤਾ ਹੈ ਕਿ ਨਾਊਨ ਕੀ ਹੁੰਦਾ ਹੈ, ਵਰਬ ਕੀ ਹੁੰਦੀ ਹੈ, ਠੀਕ ਹੈ, ਪ੍ਰਨਾਊਨ ਕੀ ਹੁੰਦਾ, ਪ੍ਰੈਪੋਜੀਸ਼ਨ ਕੀ ਹੁੰਦੀ ਹੈ, ਤਾਂ ਤੁਸੀਂ ਇਸ ਵਾਕ ਨੂੰ ਬਹੁਤ ਆਸਾਨੀ ਨਾਲ ਦੱਸ ਸਕਦੇ ਹੋ ਕਿ ਇਹ ਵਾਕ ਕੀ ਹੈ। ਡੈਲਾ ਵਾਜ਼ ਕੇਅਰਿੰਗ ਟੂਵਰਡਸ ਜਿਮ ਹੇਅਰ। ਕੇਅਰਿੰਗ ਇਜ਼ ਏ, ਜਿਹੜਾ ਸ਼ਬਦ ਹੈ ਕੇਅਰਿੰਗ, ਇਹ ਕੀ ਹੈ? ਪ੍ਰੈਪੋਜੀਸ਼ਨ ਹੈ, ਵਰਬ ਹੈ, ਐਡਜੈਕਟਿਵ ਹੈ ਜਾਂ ਫਿਰ ਨਾਊਨ ਹੈ। ਇਹਨਾਂ ਚਾਰਾਂ ਦੇ ਵਿੱਚੋਂ ਅਸੀਂ ਸਹੀ ਆਨਸਰ ਦੇਣਾ ਹੈ। ਸਾਡੇ ਕੋਲ ਨੈਕਸਟ ਲੈਸਨ ਹੈਗਾ ਮੇਕਿੰਗ ਆਫ ਅਰਥ। ਦਾ ਮੇਕਿੰਗ ਆਫ ਅਰਥ। ਆਪਸ਼ਨ ਨੰਬਰ 1, ਵੇਅਰ ਡਿਡ ਦਾ ਅਰਥ ਕੇਮ ਫਰੋਮ। ਜਿਹੜੀ ਧਰਤੀ ਹੈ ਉਹ ਕਿੱਥੋਂ ਆਈ ਹੈ? ਚੰਦ ਤੋਂ, ਪਲੈਨਟਸ ਤੋਂ, ਠੀਕ ਹੈ, ਸਨ ਤੋਂ, ਸਟਾਰਸ ਤੋਂ। ਇਸ ਦਾ ਸਹੀ ਆਨਸਰ ਲਗਾਉਣਾ ਅਸੀਂ। ਕੁਐਸਚਨ ਨੰਬਰ 18, ਦਾ ਮੂਨ ਗੈਟਸ ਇਟਸ ਲਾਈਟ ਫਰੋਮ ਡੈਸ਼। ਜਿਹੜਾ ਚੰਦਰਮਾ ਉਹ ਆਪਣੀ ਰੋਸ਼ਨੀ ਕਿੱਥੋਂ ਪ੍ਰਾਪਤ ਕਰਦਾ ਹੈ?
अर्थ धरती तो, सन सूरज तो, सोलर सिस्टम तो, या फिर फायर अग तो। क्वेश्चन नंबर 19, द अर्थ टुक डैश टर्न इनटू सॉलिड फ्रॉम, जिहड़ी धरती आ वो सॉलिड फॉर्म दे विच बदली है किहड़ी चीज़ तो? ए लॉट ऑफ टाइम, ए मिलियन ऑफ ईयर्स, 100 ऑफ ईयर्स, अबाउट 1000 ईयर्स। इन्हां चारां दे विचों असीं सही ऑप्शन लगाउणा किन्ना समां लगਿਆ धरती नूं ठोस बनन दे विच। क्वेश्चन नंबर 20, हू इज़ द फादर ऑफ सोलर सिस्टम, जिहड़ा सोलर सिस्टम है उसका फादर कौन है? अर्थ, मून, सन, सैटेलाइट्स। क्वेश्चन नंबर साडा नैक्सट पार्ट है करैक्टर ऑफ हैप्पी मैन। क्वेश्चन नंबर 21, ए ट्रूली हैप्पी परसन इज़ हू डज नॉट फील डैश ऑफ अदर्स, सब तो खुश इंसान वो है जिहड़ा दूजिਆਂ ਦੇ ਲਈ ਕੀ फील नहीं करता। ऑप्शन नंबर 1 है प्राउड, ओनैसट, जैलस, नन, जिहड़ा दूजिਆਂ ते माण नहीं करता, जिहड़ा दूजिਆਂ ਨੂੰ ईमानदार नहीं समझदा, ठीक है, जिहड़ा दूजिਆਂ ਤੋਂ घृणा नहीं करता, ਜਾਂ फिर कुछ भी नहीं। क्वेश्चन नंबर 22, ए हैप्पी मैन लिव्स ए डैश, हैप्पी मैन की लिव्स करता है? सैड लाइफ, दुखी जिंदगी, फ्री एंड होनेस्ट लाइफ, आज़ाद ਅਤੇ ईमानदारी वाली जिंदगी। नंबर 3 है अनहैप्पी लाइफ, दुखी जिंदगी, नन ऑफ द अबव। इन्हां दे विचों किहड़ा ऑप्शन सही है वो तुसीं लगा देना है। 23 क्वेश्चन है सर्वाइल बॉन्ड्स रैफर टू डैश, जिहड़ा सर्वाइल बॉन्ड शब्द है वो किस चीज़ दे वाले इशारा करदा है? फीयर टू फॉल, डिग्गण दा डर, फीयर टू राइज, उठण दा डर, होप टू राइज, उठण दी उम्मीद, बोथ। ऑप्शन ए एंड सी। ऑप्शन ए एंड सी इस दे विच जेकर तुहानूं लगदा कि ऑप्शन ए ते सी दोने सही ने तां तुसीं आ ऑप्शन लगा देवोगे। क्वेश्चन नंबर 24, वट इज़ द आर्मोर एंड स्किल ऑफ ए हैप्पी मैन, जिहड़ा आर्मोर ते स्किल हैप्पी मैन दी की सी? ऑप्शन ए है ओनैसट, थाउट एंड ट्रुथ, होनैस्टी एंड पेशेंस, प्रिवरेंस एंड स्ट्रेंथ, ट्रूली, ट्रुथ एंड स्टेबिलिटी। क्वेश्चन नंबर 22, विच लाइन गिव्स द आइडिया ऑफ सर्वाइट्यूड, यूनाइटेड अनटू द वर्ल्ड बाय केयर, दैट serveth not another is will, who envies none, that chance doth race, his passions not his masters are। तो इस तो बाद अगे चलते हैं 26 क्वेश्चन ते। बट कैन करप्ट वनस गुड इंटेंशनस अकॉर्डिंग टू द पोएट, कौन है जिहड़ा किसी दियां चंगियां इंटेंशनस नूं करप्ट कर सकता है? ऑप्शन ए है एनवी, ऑप्शन बी है प्रेज, ऑप्शन सी है बाइसिस, ऑप्शन डी है पब्लिक फेम। क्वेश्चन नंबर 27, वट डज ए हैप्पी मैन टर्न टू इन डाउट? ऑप्शन नंबर ए है कॉन्साइंस, ऑप्शन बी है रोमर्स, ऑप्शन सी है फ्लैटर्स, ऑप्शन डी है ओपरेसर्स। डेथ द ट्रैवलर, असीं अगली पोइम के क्वेश्चन आंसर करते हैं। क्वेश्चन नंबर 28, वट इज़ कंसीडर्ड एज शैडोज बाय द पोइट, किस गल नूं परछावें कहा गया है? ऑप्शन ए है मनी, पैसे नूं, ऑप्शन बी है सक्सैस एंड विक्टरी, जित ते सफलता नूं, ऑप्शन सी है फेम, मशहूरी नूं, ऑप्शन डी है पावर, ताकत नूं। इस तो बाद क्वेश्चन नंबर है 29, हाउ इज़ स्कैप्चर एंड क्राउन कंपेयर्ड विद स्काइथ एंड स्पेड इन द पोइम, जिहड़े दो शब्द ने इन्हां नूं आ शब्दां दे नाल किवें तुलना की गई है? ऑप्शन नंबर 1 हैगी है रिच पीपल एंड पुअर वर्किंग क्लास, अमीर ते गरीब काम करने वाले लोग, ऑप्शन बी हैगी ऑर्नामेंट्स एंड टूल्स, गहने अते हथियार संद, ऑप्शन सी हैगी है ब्यूटीफुल एंड अगली, खूबसूरत अते बदसूरत, वीक एंड स्ट्रोंग। साढ़े कोल 30 नंबर क्वेश्चन आ गया, बट एक्सप्रैशन इज यूज्ड फॉर द माइटली डीड्स ऑफ ह्यूमन बींग्स इन द कंटैक्सट ऑफ द पोइम, जिहड़ियां माइटली डीड्स ने ऑफ ह्यूमन बींग्स कंटैक्सट दे पोइम दे विच की वरत्या गया है? ऑप्शन नंबर 1 है द ग्लोरीअस ऑफ आवर ब्लड एंड स्टेट,
ਜਿਹੜਾ ਸਾਡਾ ਖੂਨ ਅਤੇ ਸਾਡੇ ਰਾਜ ਦੀ ਜਿਹੜਾ ਮਾਣ ਹੈ ਉਸ ਨੂੰ ਇਹ ਸ਼ਬਦ ਕਿਹਾ ਗਿਆ ਹੈ। ਆਪਸ਼ਨ ਬੀ ਹੈਗੀ ਹੈ ਵਿਦਰਿੰਗ ਆਫ ਗਾਰਲੈਂਡਸ। ਆਪਸ਼ਨ ਨੰਬਰ ਸੀ ਹੈਗੀ ਹੈ ਵਿਦ ਸਵੋਰਡਸ ਦੇ ਮੇ ਰੀਪ ਦਾ ਫੀਲਡ। ਉਹ ਤਲਵਾਰਾਂ ਦੇ ਨਾਲ ਫਸਲਾਂ ਕੱਟ ਸਕਦੇ ਨੇ। ਆਪਸ਼ਨ ਨੰਬਰ ਡੀ ਹੈਗੀ ਹੈ ਦੇ ਟੇਮ ਬਟ ਵਨ ਅਨਦਰ ਸਟਿਲ। ਉਹ ਮਰ ਸਕਦੇ ਨੇ ਪਰ ਇੱਕ ਉਹਨਾਂ ਦੇ ਵਿੱਚ ਜਿਉਂਦਾ ਰਹੇਗਾ। ਕੁਐਸਚਨ ਨੰਬਰ 31 ਬਟ ਵਿਲ ਬੀ ਰਿਮੈਂਬਰਡ ਆਫਟਰ ਡੈਥ ਅਕੋਰਡਿੰਗ ਟੂ ਦਾ ਪੋਇਟ। ਮੌਤ ਦੇ ਬਾਅਦ ਕੀ ਯਾਦ ਰੱਖਿਆ ਜਾਵੇਗਾ। ਆਪਸ਼ਨ ਨੰਬਰ 1 ਹੈਗਾ ਪਾਵਰ ਜਿਹੜੀ ਤਾਕਤ ਹੈ। ਆਪਸ਼ਨ ਨੰਬਰ ਬੀ ਹੈਗੀ ਹੈ ਮਾਈਟੀ ਡੀਡਸ। ਆਪਸ਼ਨ ਨੰਬਰ ਸੀ ਹੈਗੀ ਹੈ ਰਿਚਜ਼ ਅਮੀਰ ਲੋਕ। ਆਪਸ਼ਨ ਨੰਬਰ ਡੀ ਹੈਗੀ ਹੈ ਜਸਟ ਐਂਡ ਗੁੱਡ ਐਕਸ਼ਨਸ ਨਿਆਂ ਅਤੇ ਚੰਗੇ ਕੰਮ ਮੌਤ ਦੇ ਬਾਅਦ ਯਾਦ ਰੱਖੇ ਜਾਣਗੇ। ਇਹ ਤੋਂ ਬਾਅਦ ਸਪਲੀਮੈਂਟਰੀ ਰੀਡਰ ਕੁਐਸਚਨ ਨੰਬਰ 32 ਵਟ ਡਿਡ ਨੀਮ ਆਸਕ ਦਾ ਆਥਰ ਟੂ ਡੂ। ਨੀਮ ਨੇ ਲੇਖਕ ਨੂੰ ਕੀ ਕਰਨ ਲਈ ਕਿਹਾ। ਆਪਸ਼ਨ ਨੰਬਰ 1 ਟੂ ਲਾਈ ਡਾਊਨ ਔਨ ਦਾ ਬੈੱਡ 'ਤੇ ਲੇਟਣ ਲਈ। ਆਪਸ਼ਨ ਨੰਬਰ ਬੀ ਹੈਗੀ ਹੈ ਟੂ ਪੇਂਟ ਪਿਕਚਰਸ ਅਗੇਨ ਤਸਵੀਰਾਂ ਨੂੰ ਦੁਬਾਰਾ ਪੇਂਟ ਕਰਨ ਦੇ ਲਈ। ਆਪਸ਼ਨ ਨੰਬਰ ਸੀ ਹੈਗੀ ਹੈ ਟੂ ਵਾਕ ਅਰਾਊਂਡ ਦਾ ਹਸਪਤਾਲ ਦੇ ਆਲੇ ਦੁਆਲੇ ਤੁਰਨ ਲਈ। ਆਪਸ਼ਨ ਨੰਬਰ ਡੀ ਹੈਗੀ ਹੈ ਟੂ ਕੀਪ ਹਿਜ਼ ਮਾਊਥ ਸ਼ਟ ਆਪਣਾ ਮੂੰਹ ਬੰਦ ਕਰਨ ਲਈ। ਕੁਐਸਚਨ ਨੰਬਰ 33 ਨੀਮ ਵਾਜ਼ ਏ ਡੈਸ਼ ਬਿਫੋਰ ਹੀ ਲੋਸਟ ਹਿਜ਼ ਆਈਸਾਈਟ। ਨੀਮ ਕੀ ਕੰਮ ਕਰਦਾ ਸੀ ਜਦੋਂ ਉਸਦੀ ਨਿਗਾਹ ਚਲੀ ਗਈ ਉਸ ਤੋਂ ਪਹਿਲਾਂ। ਇਹ ਹੰਟਰ ਇੱਕ ਸ਼ਿਕਾਰੀ, ਇਹ ਪੇਂਟਰ, ਇਹ ਰੇਸਰ ਇੱਕ ਦੜਾਕ, ਇਹ ਬਾਕਸਰ ਇੱਕ ਬਾਕਸਰ। ਕੁਐਸਚਨ ਨੰਬਰ 34 ਹੂ ਡਿਡ ਦਾ ਆਥਰ ਮੀਟ ਇਨ ਦਾ ਹਸਪੀਟਲ ਵਾਰਡ ਦੇ ਵਿੱਚ ਲੇਖਕ ਕਿਸ ਨੂੰ ਮਿਲਿਆ। ਇਹ ਬੌਬੀ ਗਾਲੀਅਨ, ਸੁਬਾਈਸ਼, ਨੀਮ, ਡੈਲਾ। ਇਹਨਾਂ ਦੇ ਵਿੱਚੋਂ ਕਿਸ ਨੂੰ ਮਿਲਿਆ ਸੀ ਉਹ ਤੁਸੀਂ ਆਨਸਰ ਲਗਾ ਦੇਣਾ। ਬੈਡ ਨੰਬਰ 29 ਦੇ ਕੁਐਸਚਨ ਆਨਸਰ ਕਰਦੇ ਹਾਂ। ਵਿਚ ਇਜ਼ ਦਾ ਫੋਲੋਇੰਗ ਇਜ਼ ਟਰੂ। ਆਪਸ਼ਨ ਨੰਬਰ ਏ ਹੈਗੀ ਹੈ ਦਾ ਆਥਰ ਰੀਗੇਨਡ ਹਿਜ਼ ਆਈਸਾਈਟ ਆਫਟਰ ਸੈਕਿੰਡ ਆਪਰੇਸ਼ਨ। ਦੂਜੇ ਆਪਰੇਸ਼ਨ ਦੇ ਬਾਅਦ ਲੇਖਕ ਨੂੰ ਆਪਣੀ ਨਿਗਾਹ ਵਾਪਸ ਆ ਗਈ। ਦਾ ਆਥਰ ਰੀਗੇਨਡ ਹਿਜ਼ ਆਈਸਾਈਟ ਆਫਟਰ ਫਸਟ ਆਪਰੇਸ਼ਨ। ਲੇਖਕ ਨੂੰ ਪਹਿਲੇ ਆਪਰੇਸ਼ਨ ਦੇ ਬਾਅਦ ਆਪਣੀ ਨਿਗਾਹ ਵਾਪਸ ਆ ਗਈ। ਦਾ ਆਥਰ ਰੀਗੇਨਡ ਹਿਜ਼ ਆਈਸਾਈਟ ਆਫਟਰ ਫੋਰਥ ਆਪਰੇਸ਼ਨ। ਜਿਹੜਾ ਲੇਖਕ ਸੀ ਉਸਦੀ ਨਿਗਾਹ ਚੌਥੇ ਆਪਰੇਸ਼ਨ ਦੇ ਬਾਅਦ ਵਾਪਸ ਆ ਗਈ। ਦਾ ਆਥਰ ਰੀਗੇਨਡ ਹਿਜ਼ ਆਈਸਾਈਟ ਆਫਟਰ ਹਿਜ਼ ਥਰਡ ਆਪਰੇਸ਼ਨ। ਉਸਦੀ ਤੀਜੇ ਆਪਰੇਸ਼ਨ ਦੇ ਬਾਅਦ ਨਿਗਾਹ ਵਾਪਸ ਆ ਗਈ। ਇਹਨਾਂ ਦੇ ਵਿੱਚ ਜਿਹੜਾ ਤੁਹਾਨੂੰ ਸਹੀ ਲੱਗਦਾ ਹੈ ਉਸ 'ਤੇ ਟਿਕ ਲਗਾ ਦੇਣੀ ਹੈ। 36 ਬਟ ਡਿਡ ਦਾ ਆਥਰ ਲੂਜ਼ ਇਜ਼ ਐਨ ਐਕਸੀਡੈਂਟ। ਲੇਖਕ ਸੜਕ ਹਾਦਸੇ ਦੇ ਵਿੱਚ ਕੀ ਗਵਾ ਬੈਠਿਆ। ਮੈਮਰੀ ਯਾਦਾਸ਼ਤ, ਆਈਸਾਈਟ ਨਿਗਾਹ, ਲਿੰਬ, ਸੈਂਸ ਆਫ ਹੀਅਰਿੰਗ ਸੁਣਨ ਸ਼ਕਤੀ। ਕੁਐਸਚਨ ਨੰਬਰ 37 ਹੂ ਕੰਸੋਲਡ ਦਾ ਆਥਰ ਇਨ ਦਾ ਹਸਪੀਟਲ। ਜਿਹੜਾ ਲੇਖਕ ਸੀ ਉਸਨੂੰ ਹਸਪਤਾਲ ਦੇ ਵਿੱਚ ਕਿਸ ਨੇ ਹਮਦਰਦੀ ਦਿੱਤੀ। ਜਿਮ ਨੇ, ਨੀਮ ਨੇ, ਸੁਬਾਈਸ਼ ਨੇ, ਪਾਰਥਿਕ ਨੇ। ਕੁਐਸਚਨ ਨੰਬਰ 38 ਵਾਈ ਕੁਡ ਨੀਮ ਨਾਟ ਗੈਟ ਹਿਜ਼ ਟਰੀਟਮੈਂਟ ਡਨ। ਨੀਮ ਆਪਣਾ ਇਲਾਜ ਕਿਉਂ ਨਹੀਂ ਕਰਵਾ ਸਕਿਆ। ਆਪਸ਼ਨ ਨੰਬਰ ਏ ਹੀ ਲੋਸਟ ਹਿਜ਼ ਮਨੀ ਇਨ ਹਾਰਸ ਰੇਸ। ਉਸਨੇ ਆਪਣਾ ਸਾਰਾ ਪੈਸਾ ਘੋੜਿਆਂ ਦੀ ਦੌੜ ਵਿੱਚ ਗਵਾ ਦਿੱਤਾ ਸੀ। ਹੀ ਵਾਜ਼ ਏ ਮਾਈਜ਼ਰ। ਉਹ ਮਾਈਜ਼ਰ ਸੀ। ਆਪਸ਼ਨ ਨੰਬਰ ਸੀ ਹੀ ਸਪੈਂਟ ਹਿਜ਼ ਮਨੀ ਇਨ ਬਾਇੰਗ ਦਾ ਪੇਂਟਿੰਗਸ ਆਫ ਦਾ ਆਥਰ। ਕਿਉਂਕਿ ਉਹ ਲੇਖਕ ਦੀਆਂ ਪੇਂਟਿੰਗਾਂ ਖਰੀਦਣ ਵਿੱਚ ਪੈਸਾ ਲਗਾ ਦਿੱਤਾ ਸੀ ਉਸਨੇ। ਹੀ ਵਾਜ਼ ਏ ਪੂਅਰ ਮੈਨ। ਉਹ ਗਰੀਬ ਆਦਮੀ ਸੀ। ਕੁਐਸਚਨ ਨੰਬਰ 39 ਦਾ ਨਰਸਜ਼ ਫੇਸ ਟਰਨਡ ਪੇਲ ਐਜ਼ ਸ਼ੀ ਹੈਂਡਡ ਮੀ ਨੀਮਜ਼ ਲੈਟਰ। ਨਰਸ ਦਾ ਜਿਹੜਾ ਚਿਹਰਾ ਸੀ ਉਹ ਪੇਲ ਹੋ ਗਿਆ। ਪੇਲ ਮਤਲਬ ਰੁੱਖਾ ਜਿਹਾ ਹੋ ਜਾਣਾ ਜਦੋਂ ਉਸਨੇ ਮੈਨੂੰ ਨੀਮ ਦਾ ਲੈਟਰ ਫੜਾਇਆ। ਇਹਨਾਂ ਵਿੱਚੋਂ ਕਿਹੜੀ ਆਪਸ਼ਨ ਸਹੀ ਹੈ। ਵਿਚ ਟੈਂਸ ਹੈਜ਼ ਬੀਨ ਯੂਜ਼ਡ ਇਨ ਦਾ ਵਬ ਲਾਈਨਜ਼। ਇਹ ਕਿਹੜੀਆਂ ਲਾਈਨਾਂ ਦੇ ਵਿੱਚ ਵਰਤਿਆ ਗਿਆ ਹੈ। ਪਾਸਟ ਇੰਡੈਫੀਨਿਟ, ਪ੍ਰੈਜ਼ੈਂਟ ਪਰਫੈਕਟ, ਪਾਸਟ ਇੰਡੈਫੀਨਿਟ, ਫਿਊਚਰ ਇੰਡੈਫੀਨਿਟ। ਚਾਰਾਂ ਦੇ ਵਿੱਚੋਂ ਇੱਕ 'ਤੇ ਆਪਸ਼ਨ ਲਗਾ ਦੇਣੀ ਹੈ। ਇਹ ਤੋਂ ਬਾਅਦ ਸਾਡੇ ਕੋਲ ਪੈਰਾ ਹੈ, ਇਹਨੂੰ ਅਸੀਂ ਪੜ੍ਹ ਕੇ ਆਨਸਰ ਦੇਣੇ ਨੇ। ਰੀਡ ਦਾ ਪੈਰਾਗ੍ਰਾਫ ਐਂਡ ਆਨਸਰ ਦਾ ਗਿਵਨ ਕੁਐਸਚਨਸ। ਦਿਸ ਸਟੋਰੀ ਇਜ਼ ਬੇਸਡ ਔਨ ਸੁਪਰੀਮ ਸੈਕਰੀਫਾਈਸ ਮੇਡ ਬਾਏ ਨੀਮ ਫੋਰ ਦਾ ਸੇਕ ਆਫ ਆਥਰ। ਇਹ ਜਿਹੜੀ ਕਹਾਣੀ ਹੈ ਉਹ ਨੀਮ ਦੇ ਬਲੀਦਾਨ ਦੇ ਉੱਪਰ ਹੈ ਜਿਹੜਾ ਉਸਨੇ ਆਥਰ ਦੇ ਲਈ ਕੀਤਾ। ਵਨ ਡੇ ਦਾ ਆਥਰ ਮੀਟਸ ਵਿਦ ਐਨ ਐਕਸੀਡੈਂਟ। ਇੱਕ ਦਿਨ ਲੇਖਕ ਦਾ ਐਕਸੀਡੈਂਟ ਹੋ ਗਿਆ। ਐਂਡ ਲੂਜ਼ਜ਼ ਹਿਜ਼ ਆਈਸਾਈਟ ਅਤੇ ਆਪਣੀ ਨਿਗਾਹ ਗਵਾ ਬੈਠਾ। ਦਾ ਆਥਰ ਵਾਜ਼ ਏ ਪੇਂਟਰ ਬਟ ਆਫਟਰ ਦਾ ਐਕਸੀਡੈਂਟ ਹੀ ਲੋਸਟ ਹਿਜ਼ ਆਈਸਾਈਟ। ਜਿਹੜਾ ਲੇਖਕ ਸੀ ਉਹ ਚਿੱਤਰਕਾਰੀ ਕਰਦਾ ਸੀ ਅਤੇ ਬਾਅਦ ਵਿੱਚ ਉਹ ਨਿਗਾਹ ਗਵਾ ਬੈਠਿਆ। ਕੁਐਸਚਨ ਨੰਬਰ 40
ਹਾਊ ਡਿਡ ਦਾ ਆਥਰ ਲਾਸਟ ਹਿਜ਼ ਆਈਸਾਈਟ। ਸਾਡੇ ਕੋਲ 4 ਆਪਸ਼ਨਾਂ ਨੇ, ਐਕਸੀਡੈਂਟ, ਫੀਵਰ, ਸਪਰੇਅ, ਨਾਨਾ। ਬੁਖਾਰ ਵਿੱਚ, ਸਪਰੇਅ ਨਾਲ, ਐਕਸੀਡੈਂਟ ਨਾਲ, ਇਹਨਾਂ ਵਿੱਚੋਂ ਕੋਈ ਨਹੀਂ। ਤੁਸੀਂ ਜਿਹੜਾ ਸਹੀ ਲੱਗਿਆ ਉਸ ਨੂੰ ਉਹ ਕਰ ਦੇਣਾ। ਪੈਰੇ ਦੇ ਵਿੱਚ ਆਪਾਂ ਇਹਨਾਂ ਦੇ ਆਨਸਰ ਪੜ੍ਹ ਚੁੱਕੇ ਹਾਂ। ਕੁਐਸਚਨ ਨੰਬਰ 41, ਵਾਟ ਡਿਡ ਦਾ ਆਥਰ ਡੂ ਬਿਫੋਰ ਹੀ ਲੋਸਟ ਹਿਜ਼ ਆਈਸਾਈਟ। ਜਦੋਂ ਲੇਖਕ ਦੀ ਨਿਗਾਹ ਚਲੀ ਗਈ ਉਸ ਤੋਂ ਪਹਿਲਾਂ ਉਹ ਕੀ ਕਰਦਾ ਸੀ। ਆਪਸ਼ਨ ਨੰਬਰ 1 ਪੇਂਟਰ, ਆਪਸ਼ਨ ਬੀ ਹੈਲਪਰ, ਆਪਸ਼ਨ ਨੰਬਰ ਸੀ ਆਪਰੇਟਰ, ਆਪਸ਼ਨ ਨੰਬਰ ਡੀ ਹੈਗਾ ਆਲ ਆਫ ਦਾ ਬਾਬਾ। ਕੁਐਸਚਨ ਨੰਬਰ 42, ਬ੍ਰੇਕਸ ਸ਼ੀਰਕਡ, ਸਮਥਿੰਗ ਸਟਰਕ, ਸਮਵਨ ਕਰਾਈਡ, ਵਟ ਡਜ਼ ਦਾ ਆਥਰ ਮੀਨ ਬਾਈ ਦੈਟ। ਇਹਨਾਂ ਲੈਣਾ ਜਿਹੜੀ ਲੈਣ ਕਹੀ ਹੈ ਇਸਦਾ ਕੀ ਮਤਲਬ ਹੈ। ਦੇਅਰ ਵਾਜ਼ ਨੋਇਜ਼ ਆਲ ਅਰਾਊਂਡ, ਸਾਰੇ ਪਾਸੇ ਖੜਕਾ ਸੀ, ਸ਼ੋਰ ਸੀ। ਆਪਸ਼ਨ ਨੰਬਰ ਬੀ ਹੈਗੀ ਦਾ ਆਥਰ ਵਾਜ਼ ਕਰੋਸਿੰਗ ਦਾ ਰੋਡ, ਜਿਹੜਾ ਲੇਖਕ ਸੀ ਉਹ ਸੜਕ ਪਾਰ ਕਰ ਰਿਹਾ ਸੀ। ਦਾ ਆਥਰ ਮੈਟ ਵਿਦ ਐਨ ਐਕਸੀਡੈਂਟ, ਜਿਹੜਾ ਲੇਖਕ ਸੀ ਉਹ ਐਕਸੀਡੈਂਟ ਹੋ ਗਿਆ। ਆਪਸ਼ਨ ਨੰਬਰ ਡੀ ਹੈਗੇ ਨਨ ਆਫ ਦਾ ਅਬਵ। ਕੁਐਸਚਨ ਨੰਬਰ 43, ਮਾਈ ਲਾਈਫ ਵਾਜ਼ ਏ ਨਾਈਟਮੇਅਰ ਆਫ ਸਾਊਂਡਸ, ਫੀਲਿੰਗਸ, ਸਮੈਲਸ ਐਂਡ ਟੇਸਟਸ ਐਂਡ ਡੈਡਫੁਲ ਡਿਪਰੈਸ਼ਨ ਮੀਨਸ। ਇਹਦਾ ਕੀ ਮਤਲਬ ਹੈ। ਦਾ ਆਥਰ ਗॉट ਡਿਪਰੈਸਡ, ਦਾ ਆਥਰ ਗॉट ਹਿਜ਼ ਆਈਸਾਈਟ, ਦਾ ਆਥਰ ਬੋਥ ਏ ਐਂਡ ਬੀ, ਨਨ ਆਫ ਦਾ ਅਬਵ। ਕੁਐਸਚਨ ਨੰਬਰ 44, ਗਿਵ ਦਾ ਐਂਟੋਨੀਅਮ ਆਫ ਹੈਪਾਹਾਜ਼ਰਡ। ਆਪਸ਼ਨ ਏ ਰੈਗੂਲਰ, ਆਪਸ਼ਨ ਬੀ ਨਾਟ ਇਨ ਆਰਡਰ, ਆਪਸ਼ਨ ਸੀ ਫ੍ਰਿਕਸ਼ਨਲ, ਆਪਸ਼ਨ ਡੀ ਬੈਂਟ। ਕੁਐਸਚਨ ਨੰਬਰ 45, ਹੂ ਡਿਸਕ੍ਰਾਈਬਡ ਦਾ ਸੀਨ ਵੈਨ ਆਥਰ ਰੀਸਟਾਰਟਡ ਪੇਂਟਿੰਗ। ਜਦੋਂ ਲੇਖਕ ਦੁਬਾਰਾ ਪੇਂਟਿੰਗ ਸ਼ੁਰੂ ਕਰ ਦਿੱਤੀ, ਇਸ ਘਟਨਾ ਨੂੰ ਕਿਸੇ ਨੇ ਡਿਸਕ੍ਰਾਈਬ ਕੀਤਾ। ਆਪਸ਼ਨ ਨੰਬਰ ਏ ਨਰਸ, ਆਪਸ਼ਨ ਬੀ ਨੀਮ, ਆਪਸ਼ਨ ਸੀ ਸੁਬਾਇਸ਼, ਆਪਸ਼ਨ ਡੀ ਨਨ। ਕੁਐਸਚਨ ਨੰਬਰ 46, ਗਿਵ ਦਾ ਐਂਟੋਨੀਅਮ ਆਫ ਅ ਮੈਚੁਰ। ਆਪਸ਼ਨ ਏ ਰੈਗੂਲਰ, ਆਪਸ਼ਨ ਬੀ ਨਾਟ ਇਨ ਆਰਡਰ, ਆਪਸ਼ਨ ਸੀ ਪ੍ਰੋਫੈਸ਼ਨਲ, ਆਪਸ਼ਨ ਡੀ ਲੇਜ਼ੀ। ਸਾਡੇ ਕੋਲ ਕੁਐਸਚਨ ਨੰਬਰ 47 ਹੈਗੇ। ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਟਰੂ, ਇਹਨਾਂ ਵਿੱਚੋਂ ਕਿਹੜਾ ਸਹੀ ਨਹੀਂ ਹੈ। ਦਾ ਸੁਬਾਇਸ਼ ਵਾਜ ਰਿਚ ਮਰਚੈਂਟ, ਜਿਹੜਾ ਸੁਬਾਇਸ਼ ਸੀ ਉਹ ਅਮੀਰ ਵਪਾਰੀ ਸੀ। ਸੁਬਾਇਸ਼ ਵਾਜ ਦੇ ਮਾਈਜ਼ਰ, ਸੁਬਾਇਸ਼ ਇੱਕ ਮਾਈਜ਼ਰ ਸੀ। ਸੁਬਾਇਸ਼ ਵਾਜ ਹਾਰਡ ਵਰਕਿੰਗ ਮੈਨ, ਸੁਬਾਇਸ਼ ਇੱਕ ਮਿਹਨਤ ਕਰਨ ਵਾਲਾ ਇਨਸਾਨ ਸੀ। ਸੁਬਾਇਸ਼ ਵਾਜ ਨਾਟ ਓਨੈਸਟ ਸਿਟੀਜ਼ਨ, ਜਿਹੜਾ ਸੁਬਾਇਸ਼ ਸੀ ਉਹ ਇਮਾਨਦਾਰ ਸਿਟੀਜ਼ਨ ਨਹੀਂ ਸੀ। ਇਹਨਾਂ ਵਿੱਚੋਂ ਕਿਹੜਾ ਜਿਹੜਾ ਸਾਨੂੰ ਸਹੀ ਲੱਗਦਾ ਉਸ 'ਤੇ ਲਗਾ ਦੇਣੇ। ਕੁਐਸਚਨ ਨੰਬਰ 48, ਸੁਬਾਇਸ਼ ਹੈਡ ਲੈਸ ਚਿਲਡਰਨ। ਸੁਬਾਇਸ਼ ਦੇ ਕਿੰਨੇ ਬੱਚੇ ਸੀ। 2, 3, 5, 6। ਕੁਐਸਚਨ ਨੰਬਰ 49, ਵੇਅਰ ਡਿਡ ਸੁਬਾਇਸ਼ ਵਾਈਫ ਟੇਕ ਦਾ ਮੈਨ। ਜਿਹੜੀ ਸੁਬਾਇਸ਼ ਦੀ ਵਾਈਫ ਸੀ ਉਹ ਇਨਸਾਨ ਨੂੰ ਕਿੱਥੇ ਲੈ ਗਈ। ਗੋਡਾਊਨ ਦੇ ਵਿੱਚ, ਰਾਈਸ ਸ਼ਾਪ ਦੇ ਵਿੱਚ, ਅਨਾਦਰ ਮੈਨ ਦੇ ਵਿੱਚ, ਦਾ ਪੁਲਿਸ। ਕੁਐਸਚਨ ਨੰਬਰ 50, ਹੂ ਕੇਮ ਟੂ ਬਾਈ ਰਾਈਸ ਵਨ ਈਵਨਿੰਗ। ਇੱਕ ਸ਼ਾਮ ਨੂੰ ਕੌਣ ਚਾਵਲ ਲੈਣ ਦੇ ਲਈ ਆਇਆ। ਇਹ ਰਾਈਸ ਮੈਨ, ਇਹ ਪੂਅਰ ਮੈਨ, ਐਨ ਆਫਿਸਰ, ਇਹ ਪੂਅਰ ਵੂਮਨ, ਇੱਕ ਗਰੀਬ ਔਰਤ।